ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਗਿਆ। ਇਹ ਵਾਧਾ ਕਿਵੇਂ ਹੋਇਆ, ਕਿਹੜੇ-ਕਿਹੜੇ ਮਸਲਿਆਂ 'ਚ ਜਾਂਚ ਕਿੱਥੇ-ਕਿੱਥੇ ਚੱਲ ਰਹੀ ਹੈ, ਕਿੱਥੇ-ਕਿੱਥੇ ਕਿੰਨੇ ਪਰਚੇ ਦਰਜ ਹੋਏ, ਇਹ ਦੱਸਾਂਗੇ ਇਸ ਖਾਸ ਰਿਪੋਰਟ ਦੇ ਅੰਦਰ। ਭਾਰਤ ਭੂਸ਼ਣ ਆਸ਼ੂ ਸਭ ਜਾਣਦੇ ਨੇ ਕਿ ਉਹ ਕਿਹੜੇ ਮਹਿਕਮੇ ਦੇ ਮੰਤਰੀ ਰਹੇ। ਖੁਰਾਕ ਸਪਲਾਈ ਮਹਿਕਮਾ ਉਹਨਾਂ ਦੇ ਕੋਲ ਸੀ ਕਾਂਗਰਸ ਸਰਕਾਰ ਦੇ ਵੇਲੇ, ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਨਾਂ ਦੇ ਕੋਲ ਇਹ ਮਹਿਕਮਾ ਜਦੋਂ ਰਿਹਾ, ਜਦੋਂ ਚੰਨੀ ਦੇ ਵੀ 111 ਦਿਨ ਆਏ ਸਾਬਕਾ ਮੁੱਖ ਮੰਤਰੀ ਦੇ, ਤਾਂ ਉਦੋਂ ਵੀ ਭਾਰਤ ਭੂਸ਼ਣ ਆਸ਼ੂ ਨੇ ਅਹਿਮ ਭੂਮਿਕਾ ਸਰਕਾਰ ਦੇ ਅੰਦਰ, ਕਾਂਗਰਸ ਦੇ ਅੰਦਰ ਨਿਭਾਈ। ਜਿਸ ਤੋਂ ਬਾਅਦ ਸ਼ਿਕਾਇਤਾਂ ਹੋਈਆਂ ਛੋਟੇ-ਛੋਟੇ ਠੇਕੇਦਾਰਾਂ ਦੇ ਵੱਲੋਂ ਤੇ ਮੁਸ਼ਕਲਾਂ ਵਧਦੀਆਂ ਗਈਆਂ। ਹੁਣ ਨਵਾਂ ਅਪਡੇਟ ਜਿਹੜਾ ਆਇਆ ਭਾਰਤ ਭੂਸ਼ਣ ਆਸ਼ੂ ਦੇ ਨਾਲ ਜੁੜਿਆ ਹੋਇਆ, ਚੌਕਾ ਵੱਜਿਆ। ਇਹ ਚੌਕਾ ਕ੍ਰਿਕਟ ਮੈਚ ਦੇ ਵਿੱਚ ਨਹੀਂ, ਹਾਲਾਂਕਿ ਪਰਚਿਆਂ ਦੇ ਵਿੱਚ ਵੱਜਿਆ। ਭਾਰਤ ਭੂਸ਼ਣ ਆਸ਼ੂ ਦੇ ਉੱਤੇ ਚੌਥਾ ਪਰਚਾ ਜਿਹੜਾ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਦਰਜ ਹੋ ਗਿਆ। ਪਹਿਲਾਂ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਸੀ, ਸਭ ਤੋਂ ਪਹਿਲਾਂ ਇਸ ਮਸਲੇ ਦੇ ਵਿੱਚ ਜਿਹੜਾ ਪਰਚਾ ਦਰਜ ਹੁੰਦਾ ਹੈ ਅਗਸਤ ਮਹੀਨੇ ਦੇ ਵਿੱਚ, ਭਗਵੰਤ ਮਾਨ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ, ਆਮ ਆਦਮੀ ਪਾਰਟੀ ਦੀ ਸਰਕਾਰ, ਉਸੇ ਦੇ ਦੌਰਾਨ ਅਗਸਤ ਮਹੀਨੇ ਦੇ ਵਿੱਚ ਪਹਿਲਾ ਪਰਚਾ ਦਰਜ ਹੁੰਦਾ ਇਸ ਮਸਲੇ ਨਾਲ ਜੁੜਿਆ ਠੇਕੇਦਾਰ ਤੇਲੂ ਰਾਮ ਦੇ ਉੱਤੇ, ਜਿਸ ਤੋਂ ਪੁੱਛਗਿੱਛ ਹੁੰਦੀ ਹੈ। ਵਿਜੀਲੈਂਸ ਨੇ ਜਾਂਚ ਕੀਤੀ, ਪੁੱਛ ਪੜਤਾਲ ਕੀਤੀ ਤੇ ਮੁੱਢਲੀ ਜਾਂਚ ਦੇ ਵਿੱਚ ਹੀ ਠੇਕੇਦਾਰ ਤੇਲੂ ਰਾਮ ਨੇ ਨਾਮ ਲਿਆ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ, ਔਰ ਉਸਨੇ ਇਹ ਵੀ ਕਿਹਾ ਕਿ ਮੈਨੂੰ ਜਿਹੜੀ ਮੁਲਾਕਾਤ ਕਰਵਾਈ ਗਈ ਜਾਂ ਫਿਰ ਜਿਵੇਂ ਵੀ ਜੇ ਇਸ ਮਸਲੇ ਨੂੰ ਲੈ ਕੇ ਠੇਕੇ ਚੱਕੇ ਗਏ, ਟੈਂਡਰ ਲਏ ਗਏ, ਧਾਂਦਲੀਆਂ ਕੀਤੀਆਂ ਗਈਆਂ, ਗੜਬੜ ਹੋਈਆਂ, ਇਹ ਸਾਰੇ ਇਲਜ਼ਾਮਾਤ ਜਿਹੜੇ ਲੱਗੇ ਤਾਂ ਮੀਨੂ ਮਲਹੋਤਰਾ, ਜਿਸ ਨੂੰ ਭਾਰਤ ਭੂਸ਼ਣ ਆਸ਼ੂ ਦਾ ਪੀਏ ਵੀ ਦੱਸਿਆ ਗਿਆ ਕਿ ਬਹੁਤ ਖਾਸ ਹੈ, ਬਹੁਤ ਕਰੀਬੀ ਹੈ, ਹਾਲਾਂਕਿ ਉਹ ਫਰਾਰ ਹੈ, ਉਹ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹੈ, ਉਸ ਦੇ ਉੱਤੇ ਵੀ ਇਲਜ਼ਾਮ ਲੱਗੇ ਕਿ ਉਸ ਦੇ ਥਰੂ ਹੀ ਜੋ ਕਿ ਇਨਵੈਸਟਮੈਂਟ ਹੈ, ਪੈਸੇ ਇਕੱਠੇ ਕਰਕੇ ਬਹੁਤ ਸਾਰੀਆਂ ਜਾਇਦਾਦਾਂ ਨਜਾਇਜ਼ ਬਣਾਈਆਂ ਗਈਆਂ, ਲੁਧਿਆਣੇ ਸ਼ਹਿਰ ਦੇ ਅੰਦਰ ਵੀ, ਵਿਦੇਸ਼ਾਂ ਦੇ ਵਿੱਚ ਵੀ ਇਨਵੈਸਟਮੈਂਟ ਕੀਤੀ ਗਈ। ਇਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ, ਪਰ ਹੁਣ ਚੌਥਾ ਪਰਚਾ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਇੱਕ ਹੋਰ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਦਰਜ ਹੋ ਗਿਆ। ਮੁਸ਼ਕਲਾਂ ਇਸ ਕਰਕੇ ਵੱਧ ਗਈਆਂ ਨੇ ਕਿਉਂਕਿ ਇੱਕੋ ਮਸਲੇ ਦੇ ਵਿੱਚ ਜਦੋਂ 4 ਪਰਚੇ ਦਰਜ ਹੋ ਜਾਣ, ਇੱਕੋ ਮਸਲੇ ਦੇ ਨਾਲ ਜੁੜੇ ਹੋਏ, ਇੱਕੋ ਮਹਿਕਮੇ ਦੇ ਨਾਲ ਜੁੜੇ ਹੋਣ, ਤਾਂ ਮੁਸ਼ਕਲਾਂ ਇਸ ਕਰਕੇ ਵੱਧ ਜਾਂਦੀਆਂ ਨੇ ਕਿਉਂਕਿ ਅਦਾਲਤ ਵਿੱਚ ਵੀ ਅਪੀਲ ਕਰ ਚੁੱਕੇ ਨੇ ਜ਼ਮਾਨਤ ਲੈਣ ਦੇ ਲਈ ਭਾਰਤ ਭੂਸ਼ਣ ਆਸ਼ੂ, ਤੇ ਉਹਨਾਂ ਨੂੰ ਉੱਥੋਂ ਵੀ ਕੋਈ ਰਾਹਤ ਨਹੀਂ ਮਿਲਦੀ, ਹਾਲੇ ਤੱਕ ਨਜ਼ਰ ਆਈ। ਉਹਨਾਂ ਨੂੰ ਉਹਨਾਂ ਦੀ ਜਿਹੜੀ ਉਹ ਜ਼ਮਾਨਤ ਸੀ ਉਹ ਵੀ ਹਾਈ ਕੋਰਟ ਨੇ ਜਿਹੜੀ ਰੱਦ ਕਰ ਦਿੱਤੀ ਹੈ। ਔਰ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਹ ਪਹਿਲੇ ਕਾਂਗਰਸ ਦੇ ਸਾਬਕਾ ਮੰਤਰੀ ਸੀ, ਜਦੋਂ ਦੀ ਸਰਕਾਰ ਸੱਤਾ ਵਿੱਚ ਆਈ, ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਤਾਂ ਇਹਨਾਂ ਨੇ ਕਿਹਾ ਸੀ ਹਾਈ ਕੋਰਟ ਦੇ ਵਿੱਚ, ਜਦੋਂ ਇਹਨਾਂ ਨੂੰ ਭਿਣਕ ਲੱਗੀ ਹੋਵੇਗੀ ਕਿ ਮੇਰੇ ਤੇ ਵੀ ਕਾਰਵਾਈ ਹੋਣ ਵਾਲੀ ਹੈ, ਤਾਂ ਭਾਰਤ ਭੂਸ਼ਣ ਆਸ਼ੂ ਨੇ ਹਾਈ ਕੋਰਟ 'ਚ ਇੱਕ ਅਪੀਲ ਪਾਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਮੈਨੂੰ 7 ਦਿਨ ਪਹਿਲਾਂ ਦੱਸਿਆ ਜਾਵੇ, ਜੇਕਰ ਕੋਈ ਸਰਕਾਰੀ ਕਾਰਵਾਈ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਸੂਚਨਾ ਦਿੱਤੀ ਜਾਵੇ। ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਦੇ ਉੱਤੇ ਤੰਜ ਕੱਸਦੇ ਨਜ਼ਰ ਆਏ ਸੀ ਕਿ ਇਹਨਾਂ ਦੇ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਕਿਸ ਨੇ ਕੀ ਕੀਤਾ ਹੈ, ਪਰ ਇਹਨਾਂ ਦੇ ਮੰਤਰੀ ਆਪ ਹੀ ਸਾਨੂੰ ਯਾਦ ਕਰਵਾਉਂਦੇ ਨੇ ਕਿ ਮੈਂ ਵੀ ਸ਼ਾਮਲ ਆ ਕਿਸੇ ਨਾ ਕਿਸੇ ਘਪਲੇ ਦੇ ਵਿੱਚ। ਇਸ ਤਰ੍ਹਾਂ ਦੇ ਵਾਰ ਸ਼ਬਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਵੀ ਕੀਤੇ ਨੇ। ਇਹ ਸਾਰਾ ਕੁਝ ਔਨ ਰਿਕਾਰਡ ਹੈ, ਤੁਸੀਂ ਸੁਣ ਵੀ ਚੁੱਕੇ ਹੋਵੋਗੇ, ਜੇ ਨਹੀਂ ਸੁਣਿਆ ਤਾਂ ਸਰਚ ਮਾਰ ਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਪਰ ਇਸ ਮਸਲੇ ਦੇ ਵਿੱਚ ਹੁਣ ਦੱਸਦੇ ਆ ਕਿ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਪਰਚੇ ਕਿੱਥੇ-ਕਿੱਥੇ ਦਰਜ ਨੇ। ਸਭ ਤੋਂ ਪਹਿਲਾਂ ਸ਼ੁਰੂਆਤ ਉਹਨਾਂ ਦੇ ਜੱਦੀ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ, ਲੁਧਿਆਣੇ ਦੇ ਵਿੱਚ ਜਿਹੜਾ ਆ ਪਰਚਾ ਦਰਜ ਹੈ। ਇਸ ਤੋਂ ਬਾਅਦ ਨਵਾਂ ਸ਼ਹਿਰ ਦੇ ਵਿੱਚ ਵੀ ਪਰਚਾ ਦਰਜ ਹੁੰਦਾ ਹੈ, ਫਿਰ ਫਰੀਦਕੋਟ ਜਿਹੜਾ ਵਾਇਆ ਜਾਂਦੇ ਨੇ, ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਚੌਥਾ ਪਰਚਾ ਜਿਹੜਾ ਦਰਜ ਹੋ ਗਿਆ। ਤੇ ਜਾਣਕਾਰੀ ਇਹ ਵੀ ਮਿਲੀ ਹੈ ਕਿ 10 ਤੋਂ 11 ਥਾਵਾਂ ਤੇ ਵਿਜੀਲੈਂਸ ਬਿਊਰੋ ਜਾਂਚ ਕਰ ਰਹੀ ਹੈ ਭਾਰਤ ਭੂਸ਼ਣ ਦੇ ਨਾਲ ਜੁੜੇ ਇਹਨਾਂ ਮਸਲਿਆਂ ਦੇ ਉੱਤੇ, ਮਾਮਲਿਆਂ ਦੇ ਉੱਤੇ। ਉਹ 10-11 ਥਾਵਾਂ ਕਿਹੜੀਆਂ ਨੇ ਇਹ ਵੀ ਜ਼ਿਕਰ ਕਰਾਂਗੇ, ਪਰ ਵੱਡੀ ਗੱਲ ਇਹ ਹੈ ਸਵਾਲਾਤਾਂ ਦੇ ਘੇਰੇ ਦੇ ਵਿੱਚ ਲਗਾਤਾਰ ਭਾਰਤ ਭੂਸ਼ਣ ਆ ਰਹੇ ਨੇ ਤੇ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲ ਰਹੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸਾਬਕਾ ਵਿਧਾਇਕ ਹੋਣ, ਕਾਂਗਰਸ ਦੇ ਸਾਬਕਾ ਮੰਤਰੀ ਹੋਣ, ਤਾਜੀ ਸਰਕਾਰ ਸੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਆ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਇੱਕ ਨੂੰ ਨਹੀਂ ਬਖਸ਼ਾਂਗੇ, ਜਿਨ੍ਹਾਂ ਨੇ ਵੀ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਬਖਸ਼ਿਆ ਨਹੀਂ ਜਾਵੇਗਾ, ਪਾਈ ਜੋੜ ਕੇ ਰੱਖੀ ਜਾਵੇਗੀ ਖਜ਼ਾਨੇ ਦੇ ਵਿੱਚ, ਖਜ਼ਾਨਾ ਭਰਿਆ ਜਾਵੇਗਾ। ਹੁਣ ਉਹ 10-11 ਥਾਵਾਂ ਦਾ ਜ਼ਿਕਰ ਵੀ ਕਰ ਦਿੰਦੇ ਆ ਜਿੱਥੇ ਵਿਜੀਲੈਂਸ ਬਿਊਰੋ ਲਗਾਤਾਰ ਜਾਂਚ ਕਰ ਰਹੀ ਹੈ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧਾਉਣ ਦੇ ਵਿੱਚ। ਲਗਾਤਾਰ ਜਿਹੜੇ ਘੜੀ ਦਰ ਘੜੀ, ਪਹਿਰੇ ਦਰ ਪਹਿਰਾ ਲਗਾਤਾਰ ਜੁੜਦੀਆਂ ਜਾ ਰਹੀਆਂ ਨੇ ਗੱਲਾਂ। ਕਈ ਜ਼ਮਾਨਤ ਰੱਦ ਹੋ ਚੁੱਕੀ ਹੈ ਤਾਂ ਲੰਮਾ ਸਮਾਂ ਹੁਣ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ ਭਾਰਤ ਭੂਸ਼ਣ ਆਸ਼ੂ ਨੂੰ, ਔਰ ਉਸਦੇ ਜਿਹੜੇ ਜਿੰਨੇ ਵੀ ਕਰੀਬੀ ਨੇ ਉਹਨਾਂ ਦੇ ਉੱਤੇ ਵੀ ਪੂਰੀ ਤਰ੍ਹਾਂ ਅੱਖ ਰੱਖੀ ਹੋਈ ਹੈ। ਔਰ ਕੁਝ ਫਾਈਲਾਂ ਤਾਂ
इत्थों तक के ईडी ने भी मंगवा लिया सी कि इस मसले दे विच, क्योंकि जदों मनी लॉन्ड्रिंग का मसला भी जुड़ता है, शक के दायरे में रखा जाता है कि वाकया ही किते इन्वेस्टमेंट की गई, किसी बाहरले मुल्क दे विच जां होर थावां दे उत्ते पैसा खर्चा गया, तो इस तरह दी गल्लां भी शक के दायरे विच देखियां जा रही ने, रखियां जा रही ने। पता यह भी लग्या सी कि ईडी ने भी कुछ फाइलां विजिलेंस तो मंगियां सी और वो फाइलां दी जिहड़ी जानकारी या दस्तावेज विजिलेंस ने प्रोवाइड भी किते ना किते ईडी नूं करवाइयां कानूनन तौर दे उत्ते। हुण गल करदे आ कि वो किहड़ियां 10-11 थावां ने जिन्हां दे विचों नाम है पटियाला जिला। पटियाला भी वड्डा जिला जिथे शिकायत दर्ज हुई, उत्थे भी जांच चल रही है, विजिलेंस दे वल्लों कीती जा रही है। संगरूर जिला जिहड़ा कि भगवंत मान दा जद्दी कह लो इलाका है, जिथों 2 बार वो MP रहे, तां उत्थे भी जांच है जिहड़ी लगातार चल रही है। बरनाला दे विच भी जांच चल रही है भारत भूषण आशू के खिलाफ ते उसके करीबियां के खिलाफ। जलंधर दे विच भी जांच है जिहड़ी जोरां दे उत्ते है, उस दे विचों भी कुछ ना कुछ निकलण दी उम्मीद जताई जा रही है, देखिया जा रहा है। अमृतसर वड्डा जिला है, सरहदी जिला है, उत्थे भी जिहड़ी शिकायतां मिलियां सी कई तरह दीयां, उत्थे भी जांच चल रही है। तरनतारन दे विच भी जांच लगातार जोरां दे उत्ते है। हुशियारपुर दे विच ते गुरदासपुर ये जिहड़े जिले ने इत्थे भी जांच चल रही है। इन्हां तो इलावा होर कई थावां ने, जिवें दस्सिया कि 10 तो 11 अजिहे थावां ने, जिले ने जिथे जांच चल रही है भारत भूषण आशू के खिलाफ। उस दे विचों भी काफी कुछ निकलण दी उम्मीद है, क्योंकि खुराक सप्लाई का जिहड़ा महकमा है इस दे विच मन्निया गया कि ट्रांसपोर्ट टेंडर है जिहड़ा वो बेनियमियां कीतियां गईयां, आपणियां नूं रिओड़ियां वंडियां गईयां और वितकरा किया गया। छोटे छोटे ठेकेदारां नूं छड्ड के वड्डे वड्डे ठेकेदारां नूं, करीबियां नूं खुश किया गया। खुश करन दे चक्कर दे विच कई तरह दीयां बेनियमियां होईयां, उस दे विच कौन किन्ना दोषी पाया जांदा है, ये सारा जांच का विषय चल रहा है। जांच विचों होर कई परतां खुलण दी हाले उम्मीद है, पर विजिलेंस दे दफ्तर मूहरे कांग्रेस लीडरां ने की कुछ कीता और जदों हिरासत विच लिया गया सी भारत भूषण आशू नूं ते मौके दे उत्ते पहुंच गए सी उन्हां दे खासम खास और करीबी मन्ने जाते पक्के दोस्त भारत भूषण आशू दे MP रवनीत सिंह बिट्टू, जिन्हां ने विजिलेंस दे गिरफ्तार करन आए सैलून दे विच अधिकारियों दे नाल भी काफी बहस की कि तुसीं कानून दे मुताबिक नहीं चल रहे, तुसीं सियासी किस दे इशारे ते काम कर रहे हो, सब जानते ने। रवनीत सिंह बिट्टू ने भी बतौर MP बहुत सारियां गल्लां कीतियां और वीडियो भी एक जारी की सी और उसकी निखेधी भी आम आदमी पार्टी के कुछ लीडरां दे वल्लों कीती गई कि इस तरीके दे नाल कानून दे राह विच अड़चन बनन वालियां नूं हुण भाजड़ा पै गईयां ने। इस तरह की बयानबाजी भी चलती रही, पर इत्थे ये भी दस दईए कि इस मसले दे विच हुण कल्ली मुश्किल है जिहड़ी भारत भूषण आशू दी नहीं वधी। बहुत सारे अजिहे विधायक ने कांग्रेस दे, बहुत सारे अजिहे मंत्री ने कांग्रेस दे जिहड़े उस वेले सत्ता का आनंद माणदे रहे, जिन्हां नूं शक दे दायरे विच रखिया जा रहा है। हुण वो किहड़े-किहड़े होणगे, नावां दी सूची जल्द जदों ही बाहर आउंदी है, जेकर विजिलेंस जां सूत्रां दे हवाले तो भी जानकारी जेकर सामने आई तो असीं तुहाडे नाल सांझी करांगे। पर हुण कई शक दे दायरे विच रखे जा रहे ने, उच्च अधिकारी भी, कांग्रेस दे लीडर भी, जिन्हां दे विच मंत्री मंडल दे विच भी कईयां ने आनंद माणिया, वो भी शामिल ने, जिन्हां दे नाल मिल के मिली भुगत दे नाल सारा कुछ चलदा रहा। इस तरह दी गल्लां सामने आउण लगियां ने और कांग्रेस सरकार वेले एक गल होर सामने निकल के आई कि पहला जिहड़ा कानून सी, नियम सी, ये रखा गया सी खुराक सप्लाई महकमे दे विच कि जिहड़े टेंडर अलॉट करने ने DC दे कोल जिम्मेवारी हुंदी सी, डिप्टी कमिश्नर कमेटियां बनाउंदे सी, टेंडर अलॉट करदे सी, एक प्रोसैस दे विचों लंघना पैंदा सी। पर कांग्रेस सरकार जदों आउंदी है तां ओह इस दे विच नियमां दे विच तब्दीली कर दिंदी है और सारे टेंडर अलॉट करन दा जिहड़ा काम है वह अपने हत्थ विच लै लैंदा। खुराक सप्लाई महकमा जिस दे मंत्री सी भारत भूषण आशू, उन्होंने अपने हाथ विच कई चीज़ां लईयां और अपने दफ्तर के थ्रू वो काम करवाने शुरू कर दिते जिहड़े पुठे पैंदे नजर आ रहे हैं। भगवंत मान सरकार के दौरान उन्होंने जांच है जिहड़ी खोल दी है कई थावां दे उत्ते और चौथा परचा भी है जिहड़ा हुण भारत भूषण आशू के उत्ते दर्ज हो गया। ये परचियां दा चौका किन्नी सिरदर्दी बनता है, इस दे विचों निकलना किन्ना कुछ सौखा है, आसान है, ये तो हुण कानून दसेगा। जेकर कानून का सहारा भी लिया गया तां भी बचना सौखा नजर हाल दी घड़ी नहीं नजर आ रहा। भारत भूषण आशू दे लई आशू दी मुश्किलां लगातार वध रही ने, चाहे उसके PA होण, करीबी होण, उसदे नाल काम करन वाले सियासतदान होण, उन्हां सारिआं नूं शक दे दायरे विच रखिया जा रहा है। महकमे दे विच ट्रांसपोर्ट की गल होवे, लेबर की गल होवे ते होर वित्ती लैण देण आ जिहड़ा उस केसां दे विच हुण कांग्रेस दे 2 दर्जन तो वध लीडरां की भूमिका दसी जा रही है।
2 ਦਰਜਨ ਤੋਂ ਵੱਧ ਕਾਂਗਰਸ ਦੇ ਲੀਡਰਾਂ ਦੀ ਭੂਮਿਕਾ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਦੇਖਿਆ ਜਾ ਰਿਹਾ ਹੈ। ਸ਼ੱਕੀ ਪਾਇਆ ਜਾ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਨੇ ਵੀ ਗੜਬੜ ਜ਼ਰੂਰ ਕੀਤੀ ਹੋਵੇਗੀ। ਹੁਣ ਉਹ ਕਿਹੜੇ-ਕਿਹੜੇ ਲੀਡਰ ਹੋਣਗੇ, ਜਦੋਂ ਸੂਚੀ ਆਈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਇਹ ਜਾਣਕਾਰੀ ਹਾਸਲ ਹੋ ਸਕੀ ਹੈ ਕਿ ਹੁਣ ਭਾਰਤ ਭੂਸ਼ਣ ਆਸ਼ੂ ਕੱਲੇ ਨਹੀਂ ਜਿਨ੍ਹਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ, ਹੋਰ ਵੀ ਬਹੁਤ ਸਾਰੇ ਕਾਂਗਰਸੀ ਲੀਡਰ ਨੇ ਜਿਹੜੇ ਉਹ ਸ਼ੱਕ ਦੇ ਦਾਇਰੇ ਵਿੱਚ ਰੱਖੇ ਗਏ ਨੇ ਔਰ ਦੇਖੇ ਜਾ ਰਹੇ ਨੇ। ਉਹਨਾਂ ਦੇ ਵੱਲ ਵੀ ਵਿਜੀਲੈਂਸ ਦੀ ਅੱਖ ਹੈ ਜਿਹੜੀ ਉਹ ਤਿੱਖੀ ਹੋ ਗਈ ਹੈ ਨਜ਼ਰ, ਰਡਾਰ ਦੇ ਉੱਤੇ ਨੇ ਕਈ ਕਾਂਗਰਸ ਦੇ ਲੀਡਰ। ਔਰ ਇੱਥੋਂ ਤੱਕ ਹੋਰ ਇੱਕ ਗੱਲ ਪਤਾ ਲੱਗੀ ਹੈ ਇਸ ਮਸਲੇ ਦੇ ਵਿੱਚ ਕਿ ਕਾਂਗਰਸ ਸਰਕਾਰ ਦੇ ਵੇਲੇ ਵੀ ਬਾਹਰਲੇ ਸੂਬਿਆਂ ਤੋਂ, ਯੂਪੀ ਤੋਂ ਵੀ, ਰਾਜਸਥਾਨ ਤੋਂ ਵੀ ਤੇ ਹੋਰਨਾਂ ਥਾਵਾਂ ਦੇ ਉੱਤੋਂ ਅਨਾਜ ਦੇ, ਕਣਕ ਤੇ ਝੋਨੇ ਦੇ ਟਰੱਕ ਭਰ ਕੇ ਇੱਥੇ ਲਿਆਂਦੇ ਗਏ ਸੀ ਮਿਲੀ ਭੁਗਤ ਦੇ ਨਾਲ। ਔਰ ਤੁਸੀਂ ਦੇਖਿਆ ਹੋਣਾ ਕਿ ਅਬੋਹਰ ਤੇ ਫਾਜ਼ਿਲਕਾ ਦੇ ਇਲਾਕੇ ਵਿੱਚ ਕਿਸਾਨਾਂ ਨੇ ਆਪ ਪਹਿਰੇ ਲਗਾ ਕੇ ਉਹਨਾਂ ਟਰੱਕਾਂ ਨੂੰ ਰੋਕਿਆ, ਪਰਚੀਆਂ ਪੁੱਛੀਆਂ ਕਿ ਕਿੱਥੇ ਨੇ ਔਰ ਕਾਨੂੰਨਨ ਤੌਰ ਦੇ ਉੱਤੇ ਕੀ ਉਹ ਸਹੀ ਸੀ। ਔਰ ਉਹਨਾਂ ਕਿਸਾਨਾਂ ਦਾ ਗਿਲਾ ਸ਼ਿਕਵਾ ਇਹ ਸੀ ਕਿ ਸਾਡੀ ਜਿਹੜੀ ਫਸਲ ਹੈ ਉਹ ਸੂਬੇ ਦੇ ਅੰਦਰ ਫਿਰ ਭਾਅ ਨੂੰ ਨੁਕਸਾਨ ਪੁੱਜਦਾ, ਖਾਸ ਕਰਕੇ ਬਾਸਮਤੀ ਝੋਨੇ ਦੀ ਫਸਲ ਦਾ ਕੋਈ ਪੱਕਾ ਫਿਕਸ ਰੇਟ ਨਹੀਂ ਹੈ। ਇਸ ਤਰ੍ਹਾਂ ਦੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ। ਕਿਸਾਨਾਂ ਨੇ ਖੁਦ ਪਹਿਰੇ ਦਿੱਤੇ ਸੀ ਕਾਂਗਰਸ ਸਰਕਾਰ ਵੇਲੇ ਕਿ ਬਾਹਰਲੇ ਪਾਸਿਆਂ ਤੋਂ ਟਰੱਕ ਭਰ ਕੇ ਪੰਜਾਬ ਵੱਲ ਕਿਉਂ ਆ ਰਹੇ ਨੇ, ਹਾਲਾਂਕਿ ਪੰਜਾਬ ਸੂਬੇ ਦੇ ਵਿੱਚ ਕਣਕ ਤੇ ਝੋਨੇ ਦੀ ਕੋਈ ਕਮੀ ਨਹੀਂ ਹੈ। ਇਹੀ ਫਸਲੀ ਚੱਕਰ ਦੇ ਵਿੱਚ ਕਿਸਾਨ ਫਸੇ ਵੀ ਹੋਏ ਨੇ, ਉਸ ਦੇ ਕਾਰਨ ਵੱਖਰੇ ਹੋ ਸਕਦੇ ਨੇ। ਪਰ ਲਗਾਤਾਰ ਇਹ ਸਵਾਲ ਪੈਦਾ ਹੋਏ ਕਿ ਫਿਰ ਬਾਹਰੋਂ ਟਰੱਕ ਕਿਸ ਦੀ ਇਸ਼ਾਰੇ ਤੇ ਆ ਰਹੇ ਨੇ, ਕਿਸ ਦੀ ਮਨਜ਼ੂਰੀ ਦੇ ਨਾਲ ਆ ਰਹੇ ਨੇ। ਉਹਨਾਂ ਟਰੱਕਾਂ ਨੂੰ ਰੋਕਿਆ ਵੀ ਗਿਆ ਤੇ ਵਾਪਸ ਵੀ ਭੇਜਿਆ ਗਿਆ। ਹੁਣ ਗੱਲ ਕਰਦੇ ਹਾਂ ਕਿ ਜਿਹੜੇ 4 ਪਰਚੇ ਦਰਜ ਹੋਏ ਉਸ ਦੇ ਵਿੱਚੋਂ ਅਖੀਰਲਾ ਪਰਚਾ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਦਰਜ ਹੋਇਆ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਤੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਇਸ ਮਸਲੇ ਦੇ ਵਿੱਚ ਵੱਧ ਚੁੱਕੀਆਂ ਨੇ। ਤਾਂ ਇੱਕ ਕਰਕੇ ਚਾਹੇ ਉਹ ਸਾਬਕਾ ਵਿਧਾਇਕ ਹੋਣ, ਮੌਜੂਦਾ ਵਿਧਾਇਕ ਹੋਣ, ਕਈਆਂ ਦੇ ਖਾਤੇ ਫਰੋਲਣ ਦੀ ਗੱਲ ਚੱਲ ਰਹੀ ਹੈ ਭਗਵੰਤ ਮਾਨ ਸਰਕਾਰ ਦੇ ਅੰਦਰ ਔਰ ਕਈਆਂ ਨੂੰ ਪੜ੍ਹਨੇ ਪਾਇਆ ਹੋਇਆ ਸਰਕਾਰ ਨੇ। ਔਰ ਜਿਨ੍ਹਾਂ ਨੂੰ ਡਰ ਹੈ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ, ਸਰਕਾਰ ਨੇ ਇਹ ਵੀ ਦਾਅਵਾ ਕਰ ਦਿੱਤਾ ਹੈ ਕਿ ਡਰਨ ਸਿਰਫ ਉਹੀ ਜਿਨ੍ਹਾਂ ਨੇ ਧਾਂਦਲੀਆਂ ਕੀਤੀਆਂ ਨੇ, ਅਸੀਂ ਕਿਸੇ ਨੂੰ ਹੋਰ ਕੁਝ ਨਹੀਂ ਕਹਾਂਗੇ। ਪਰ ਕਾਂਗਰਸ ਸਰਕਾਰ ਦੀ ਲੀਡਰਸ਼ਿਪ, ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਮੁੱਚੀ ਲੀਡਰਸ਼ਿਪ, LOP, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਵਾਰ-ਵਾਰ ਕਹਿ ਚੁੱਕੇ ਨੇ ਕਿ ਸਾਡੇ ਨਾਲ ਸਿਆਸੀ ਵਿਤਕਰਾ ਕੀਤਾ ਜਾ ਰਿਹਾ ਹੈ ਔਰ ਸਿਆਸੀ ਰੰਜਿਸ਼ ਦੇ ਤਹਿਤ ਕਾਰਵਾਈਆਂ ਹੋ ਰਹੀਆਂ ਨੇ, ਜੋ ਕਿ ਬਿਲਕੁਲ ਵੀ ਬਰਦਾਸ਼ਤ ਅਸੀਂ ਨਹੀਂ ਕਰਾਂਗੇ। ਕਿਸੇ ਵੀ ਹੱਦ ਤੱਕ ਜਾਣਾ ਪਿਆ ਇਸ ਦਾ ਵਿਰੋਧ ਜਾਰੀ ਰੱਖਾਂਗੇ। ਸੁਖਪਾਲ ਸਿੰਘ ਖਹਿਰਾ ਵੀ ਕਹਿ ਚੁੱਕੇ ਨੇ, ਸਰਕਾਰ ਦੇ ਉੱਤੇ ਸਵਾਲ ਕਈ ਤਰ੍ਹਾਂ ਦੇ ਚੁੱਕੇ ਨੇ ਉਹਨਾਂ ਨੇ। ਔਰ ਇੱਥੋਂ ਤੱਕ ਕਿ ਜਿਹੜੇ ਸੁੰਦਰ ਸ਼ਾਮ ਅਰੋੜਾ ਅਖੀਰਲੀ ਗ੍ਰਿਫਤਾਰੀ ਹੋਈ, ਵਿਜੀਲੈਂਸ ਨੇ ਟਰੈਪ ਦੇ ਵਿੱਚ ਲਿਆ, 50 ਲੱਖ ਦੀ ਰਿਸ਼ਵਤ ਦੇਣ ਲਈ ਪੁੱਜ ਗਏ ਸੀ ਉਹ ਜ਼ੀਰਕਪੁਰ ਦੇ ਇਲਾਕੇ ਦੇ ਵਿੱਚ ਔਰ ਜਿੱਥੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ, ਰੰਗੇ ਹੱਥੀ ਫੜ ਲਿਆ ਗਿਆ। ਪਹਿਲਾਂ ਇਹ ਚਰਚਾ ਚੱਲੀ ਸੀ ਕਿ ਜਿੰਨੇ ਸਾਬਕਾ ਮੰਤਰੀ ਨੇ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਕੈਬਨਿਟ ਵਿੱਚੋਂ ਸਰਕਾਰ ਦੇ ਵੇਲੇ ਹੀ, ਉਹ ਸਾਰੇ ਦੇ ਸਾਰੇ ਭਾਜਪਾ ਵਿੱਚ ਜਾ ਚੁੱਕੇ ਨੇ ਸਾਧੂ ਸਿੰਘ ਧਰਮਸੋਤ ਨੂੰ ਛੱਡ ਕੇ। ਹਾਲਾਂਕਿ ਇਸ ਮਸਲੇ ਦੇ ਵਿੱਚ ਜੰਗਲਾਤ ਮਹਿਕਮੇ ਵਿੱਚ 2 ਹੋਰ ਸਾਬਕਾ ਮੰਤਰੀ ਸੀ ਕਾਂਗਰਸ ਦੇ, ਸੰਗਤ ਸਿੰਘ ਗਿੱਲ ਜੀ, ਉਹਨਾਂ ਨੂੰ ਜ਼ਮਾਨਤ ਭਾਵੇਂ ਮਿਲ ਚੁੱਕੀ ਹੈ ਸਾਧੂ ਸਿੰਘ ਧਰਮਸੋਤ ਨੂੰ, ਪਰ ਹਾਲੇ ਤੱਕ ਮਾਮਲਾ ਠੰਡਾ ਨਹੀਂ ਪਿਆ, ਉਹ ਸਵਾਲਾਂ ਦੇ ਘੇਰੇ ਵਿੱਚ ਨੇ। ਔਰ ਇਸੇ ਤਰ੍ਹਾਂ ਜਿਹੜੇ ਮੰਤਰੀ ਛੱਡ ਕੇ ਕਾਂਗਰਸ ਨੂੰ ਭਾਜਪਾ ਵਿੱਚ ਗਏ, ਉਹਨਾਂ ਦੇ ਵਿੱਚੋਂ ਵੀ ਇੱਕ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੀ ਕੜਿੱਕੀ ਦੇ ਵਿੱਚ ਲੈ ਲਿਆ ਵਿਜੀਲੈਂਸ ਨੇ ਔਰ ਉਹਨਾਂ ਤੋਂ ਵੀ ਲਗਾਤਾਰ ਪੁੱਛ ਪੜਤਾਲ ਹੋਈ ਔਰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਜੇਲ੍ਹ ਦੇ ਵਿੱਚ ਕਿੰਨੀ ਦੇਰ ਉਹ ਰਹਿਣਗੇ, ਕਾਨੂੰਨ ਕੀ ਕਹਿੰਦਾ ਹੈ, ਇਹ ਸਾਰੀਆਂ ਉਹ ਗੱਲਾਂ ਨੇ। ਪਰ ਜਿਨ੍ਹਾਂ ਦੇ ਉੱਤੇ ਜਾਂਚ ਚੱਲ ਰਹੀ ਹੈ ਉਹਨਾਂ ਦੀਆਂ ਮੁਸ਼ਕਲਾਂ ਹਾਲੇ ਤੱਕ ਘਟਣ ਦਾ ਨਾਮ ਨਹੀਂ ਲੈ ਰਹੀਆਂ, ਜਿਨ੍ਹਾਂ ਦੇ ਵਿੱਚੋਂ ਭਾਰਤ ਭੂਸ਼ਣ ਆਸ਼ੂ ਸਭ ਤੋਂ ਵੱਧ ਰਡਾਰ ਦੇ ਉੱਤੇ ਨੇ। ਔਰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਵੀ ਲਗਾਤਾਰ ਸਬੂਤ ਲੈ ਕੇ ਅਦਾਲਤ ਵਿੱਚ ਪੁੱਜ ਰਹੇ ਨੇ ਔਰ ਉਹਨਾਂ ਦਾ ਕਹਿਣਾ ਸੀ ਵਾਰ-ਵਾਰ ਮੀਡੀਆ ਨੂੰ ਮੁਖਾਤਬ ਹੁੰਦਿਆਂ ਔਰ ਕਾਂਗਰਸ ਨੂੰ ਉਹਨਾਂ ਨੇ ਟਿਚਰਾਂ ਵੀ ਕੀਤੀਆਂ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਔਰ ਜਿੱਥੇ ਉਹਨਾਂ ਨੇ ਧਰਨਾ ਲਗਾਇਆ ਸੀ, ਜੰਮ ਕੇ ਬੈਠੇ ਰਹੇ ਕਿ ਸਾਡੇ ਨਾਲ ਸਹੀ ਨਹੀਂ ਕਰ ਰਹੀ ਸਰਕਾਰ, ਆਪ ਦੀ ਸਰਕਾਰ। ਤਾਂ ਹੁਣ ਸਹੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ ਕਾਨੂੰਨ ਦੱਸੇਗਾ। ਪਰ ਜਿਨ੍ਹਾਂ ਨੇ ਵੀ ਘਪਲੇਬਾਜ਼ੀ ਕੀਤੀ ਉਹ ਹੁਣ ਰਡਾਰ ਦੇ ਉੱਤੇ ਆ ਗਏ ਨੇ। ਹੁਣ ਜਿਹੜਾ ਚੌਥਾ ਪਰਚਾ ਦਰਜ ਹੋ ਚੁੱਕਾ ਹੈ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੇ ਵੱਖ-ਵੱਖ ਥਾਵਾਂ ਦੇ ਉੱਤੇ, ਕਿਉਂਕਿ ਕਈ ਮੰਡੀਆਂ ਨੇ ਜਿੱਥੇ ਇਹ ਕਿਹਾ ਗਿਆ ਕਿ ਟੈਂਡਰ ਅਲਾਟ ਕਰਨ ਵੇਲੇ ਠੇਕੇਦਾਰ ਤੇਲੂ ਰਾਮ ਨੇ ਵੀ ਕਈ ਥਾਵਾਂ ਤੇ ਭੂਮਿਕਾ ਨਿਭਾਈ। ਇੱਥੋਂ ਤੱਕ ਪਤਾ ਲੱਗਿਆ, ਇੱਥੋਂ ਤੱਕ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸੁਨੀਲ ਜਾਖੜ ਕਾਂਗਰਸ ਦਾ ਹਿੱਸਾ ਹੁੰਦੇ ਸੀ, ਪ੍ਰਧਾਨ ਹੁੰਦੇ ਸੀ, ਉਹਨਾਂ ਨੇ ਮੋਟਰਸਾਈਕਲ ਤੱਕ ਇੱਕ ਕਾਂਗਰਸੀ ਨੇ ਖਰੀਦ ਲਿਆ ਸੀ, ਉਸ ਦੇ ਉੱਤੇ ਗੇੜਾ ਤੱਕ ਕੱਢਿਆ ਗਿਆ ਕਿ ਕਿਵੇਂ ਅਕਾਲੀ ਦੀ ਸਰਕਾਰ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦਾ ਗੱਠਜੋੜ ਸੀ ਕਿ ਮੋਟਰਸਾਈਕਲਾਂ ਦੇ ਨੰਬਰ ਵਿੱਚ ਵਰਤੇ ਗਏ ਜਿਨ੍ਹਾਂ ਦੇ ਉੱਤੇ ਅਨਾਜ ਦੀ ਢੋਆ ਢੁਆਈ ਹੋਈ। ਉਹੀ ਕੰਮ ਕਾਂਗਰਸ ਨੇ ਵੀ ਜ਼ੋਰਾਂ ਸ਼ੋਰਾਂ ਨਾਲ ਕੀਤਾ।
ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਗੱਡੀਆਂ ਦੇ ਨੰਬਰ, ਜਾਲੀ ਗੱਡੀਆਂ ਦੇ ਨੰਬਰ, ਟਰੱਕਾਂ ਦੇ ਨੰਬਰ, ਜਿਹੜਾ ਇੱਕੋ ਹੀ ਟਰੱਕ ਦਾ ਨੰਬਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੱਕੋ ਥਾਂ ਦੇ ਉੱਤੇ ਕਣਕ ਢੋ ਰਿਹਾ ਸੀ, ਅਨਾਜ ਢੋ ਰਿਹਾ ਸੀ। ਇਹ ਕਿਵੇਂ ਪੋਸੀਬਲ ਹੋ ਸਕਦਾ ਹੈ, ਕਿਵੇਂ ਸੰਭਵ ਹੋ ਸਕਦਾ ਹੈ? ਇਹ ਸਾਰੇ ਸਵਾਲ ਖੜੇ ਕੀਤੇ ਗਏ, ਜਿਵੇਂ ਕਾਂਗਰਸ ਨੇ ਅਕਾਲੀਆਂ ਲਈ ਕੀਤੇ ਸੀ, ਉਵੇਂ ਹੀ ਹੁਣ ਉਹਨਾਂ ਦੇ ਉੱਤੇ ਸਵਾਲ ਉੱਠਣ ਲੱਗੇ ਨੇ ਕਿ ਕਾਂਗਰਸ ਦੀ ਸਰਕਾਰ ਵੇਲੇ ਵੀ ਇਹਨਾਂ ਨੇ ਘੱਟ ਨਹੀਂ ਕੀਤੀ, ਇਹਨਾਂ ਨੇ ਵੀ ਮੋਟਰਸਾਈਕਲਾਂ ਤੱਕ ਦੇ ਨੰਬਰ ਵਰਤੇ। ਤਾਂ ਹੁਣ ਇਹ ਜਿਹੜੀਆਂ ਧਾਂਦਲੀਆਂ ਹੋਈਆਂ, ਘਪਲੇ ਹੋਏ, ਕੌਣ-ਕੌਣ ਦੋਸ਼ੀ ਆ, ਕਿ ਮੰਤਰੀ ਵੀ ਇਸ ਦੇ ਵਿੱਚ ਪੂਰਾ ਸਰਗਰਮ ਨਜ਼ਰ ਰਿਹਾ, ਉਸਦਾ ਵੀ ਥਾਪੜਾ ਸੀ, ਤਾਂ ਕਾਰਵਾਈ ਹੋ ਰਹੀ ਹੈ ਜਾਂ ਕੋਈ ਹੋਰ ਵਜ੍ਹਾ ਹੈ? ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ। ਤਾਂ ਹੁਣ ਮੁਸ਼ਕਲਾਂ ਭਾਰਤ ਭੂਸ਼ਣ ਆਸ਼ੂ ਦੀਆਂ ਵੱਧ ਗਈਆਂ ਤੇ ਇਸ ਦੇ ਨਾਲ ਹੀ 2 ਦਰਜਨ ਤੋਂ ਵੱਧ ਕਾਂਗਰਸੀ ਲੀਡਰ, ਜਿਸ ਦੇ ਵਿੱਚ ਵਿਧਾਇਕ ਵੀ ਸ਼ਾਮਲ ਨੇ, ਕਾਂਗਰਸ ਦੇ ਮੰਤਰੀ ਉਸ ਵੇਲੇ ਜਿਹੜੇ ਰਹੇ ਉਹ ਵੀ ਸ਼ਾਮਲ ਦੱਸੇ ਜਾ ਰਹੇ ਨੇ। ਔਰ ਇਸ ਤਰ੍ਹਾਂ ਬਲਾਕ ਪ੍ਰਧਾਨ ਨੇ, ਜ਼ਿਲ੍ਹਾ ਪ੍ਰਧਾਨ ਨੇ, ਜਾਂ ਇਸ ਤਰ੍ਹਾਂ ਦੇ ਹੋਰ ਅਹੁਦੇਦਾਰ ਕਾਂਗਰਸ ਦੇ ਵਿੱਚ ਰਹੇ, ਉਹਨਾਂ ਸਾਰਿਆਂ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਜਾ ਰਿਹਾ, ਵੇਖਿਆ ਜਾ ਰਿਹਾ। ਤੇ ਜਦੋਂ ਜਾਂਚ ਹੋਵੇਗੀ, ਕੌਣ-ਕੌਣ ਅੜਿੱਕੇ ਚੜ੍ਹਦਾ ਵਿਜੀਲੈਂਸ ਦੇ, ਪੰਜਾਬ ਪੁਲਿਸ ਦੇ, ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਫਿਲਹਾਲ ਜਿਹੜਾ ਚੌਥਾ ਪਰਚਾ ਦਰਜ ਹੋਇਆ, ਇਸ ਦੇ ਨਾਲ ਇਹ ਗੱਲ ਤੈਅ ਹੋ ਚੁੱਕੀ ਹੈ ਕਿ ਭਾਰਤ ਭੂਸ਼ਣ ਆਸ਼ੂ ਹੁਣ ਲੰਮੇ ਸਮੇਂ ਤੱਕ ਜੇਲ੍ਹ ਦੇ ਵਿੱਚ ਰਹਿਣਗੇ।